SP ਸਿੰਘ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਅੱਜ ਦੇ ਇਸ ਬੜੇ ਮਹੱਤਵਪੂਰਨ ਵਿਸ਼ੇ ਦੇ ਲਈ ਕਰਵਾਏ ਜਾ ਰਹੇ ਵੈਬੀਨਾਰ ਦੇ ਵਿੱਚ ਮੇਰਾ ਨਾਂ ਸ਼ਾਮਲ ਕੀਤਾ। ਕਾਲਜ ਪ੍ਰਿੰਸੀਪਲ ਡਾਕਟਰ ਅਰਵਿੰਦਰ ਸਿੰਘ ਜੀ ਦਾ ਔਰ ਅੱਜ ਦੇ ਇਸ ਵੈਬੀਨਾਰ ਦੇ ਪ੍ਰਧਾਨ ਡਾਕਟਰ ਤਰਲੋਚਨ ਸਿੰਘ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਡਾਕਟਰ ਬਲਵੰਤ ਸਿੰਘ ਢਿੱਲੋਂ ਜੀ ਐਂਡ ਰਿਸਪੈਕਟਡ ਡਾਕਟਰ ਮੁਥੂ ਮੋਹਨ ਜੀ। ਮੇਰਾ ਅੱਜ ਦੇ ਇਸ ਪੇਪਰ ਦਾ ਵਿਸ਼ਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਸਮਾਜਿਕ ਅਤੇ ਧਾਰਮਿਕ ਮਹੱਤਵ ਸਮਝਣ ਦੇ ਲਈ ਵਿਸ਼ਾ ਰੱਖਿਆ ਕਿ ਧਰਮ ਦੀ ਰਾਖੀ ਲਈ ਧਰਮ ਦੀ ਸ਼ਹਾਦਤ। ਇਹ ਵਿਸ਼ੇ ਨੂੰ ਸੁਣ ਕੇ ਤੁਹਾਨੂੰ ਥੋੜ੍ਹੀ ਹੈਰਾਨੀ ਹੋਏਗੀ ਅਤੇ ਮੈਂ ਤੁਹਾਡੇ ਨਾਲ ਕੁਝ ਹੈਰਾਨੀਜਨਕ ਨੁਕਤੇ ਸਾਂਝੇ ਕਰਾਂਗਾ, ਕਿਉਂਕਿ ਮੈਂ ਧਰਮ ਦਾ ਵਿਦਿਆਰਥੀ ਹਾਂ ਔਰ ਧਰਮ ਦੇ ਦ੍ਰਿਸ਼ਟੀਕੋਣ ਤੋਂ ਗੁਰੂ ਮਹਾਰਾਜ ਦੀ ਸ਼ਹਾਦਤ ਦੇ ਸਮਾਜਿਕ ਅਤੇ ਧਾਰਮਿਕ ਮਹੱਤਵ ਨੂੰ ਸਮਝਣ ਦਾ ਯਤਨ ਕਰਾਂਗੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਵੰਬਰ ਦਾ ਜਿਹੜਾ ਮਹੀਨਾ 11 ਨਵੰਬਰ ਨੂੰ ਗੁਰੂ ਮਹਾਰਾਜ ਦੀ ਸ਼ਹਾਦਤ ਹੋਈ ਸੀ, ਜਿੱਥੇ ਅਸੀਂ 400ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉੱਥੇ ਹੀ ਗੁਰੂ ਮਹਾਰਾਜ ਦੀ ਸ਼ਹਾਦਤ ਦਾ ਦਿਨ ਵੀ ਸਾਡੇ ਨੇੜੇ ਹੈ। ਸੋ ਗੁਰੂ ਮਹਾਰਾਜ ਦੀ ਸ਼ਹਾਦਤ ਦੇ ਮੌਕੇ ਜਿਹੜੇ ਇਤਿਹਾਸਕ ਸਾਡੇ ਕੋਲ ਤੱਥ ਨੇ ਕਿ ਹਕੂਮਤ ਦੇ ਹੁਕਮ ਦੇ ਤਹਿਤ ਕਾਜੀ ਦੀ ਨਿਗਰਾਨੀ ਹੇਠ ਜਲਾਲੂਦੀਨ ਨੇ ਮੱਘਰ ਸੁਦੀ 5 1732 ਮੁਤਾਬਕ 11 ਨਵੰਬਰ ਵਾਲੇ ਦਿਨ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਅਲੱਗ ਕੀਤਾ ਸੀ। ਹਕੂਮਤ ਨੇ ਤਲਵਾਰ ਦੇ ਜ਼ੋਰ ਜਾਂ ਜਲਾਦ ਨੇ ਧਰਮ ਅਤੇ ਸਮਾਜ ਨੂੰ ਅਲੱਗ ਕਰਨ ਦਾ ਯਤਨ ਕੀਤਾ, ਪਰੰਤੂ ਇਸ ਸ਼ਹਾਦਤ ਤੋਂ ਪਿੱਛੋਂ ਧਰਮ ਅਤੇ ਸਮਾਜ ਦਾ ਸੰਬੰਧ ਹੋਰ ਮਜ਼ਬੂਤ ਹੋ ਗਿਆ ਹੈ। ਧਰਮ ਅਤੇ ਸਮਾਜ ਦੇ ਪਵਿੱਤਰ ਸੰਬੰਧ ਦੇ ਗਵਾਹ, ਇਸ ਸੰਬੰਧ ਨੂੰ ਤਸਦੀਕ ਕਰਨ ਵਾਲੇ ਅਤੇ ਇਸ ਸੰਬੰਧ ਦੀ ਨਿਗਰਾਨੀ ਕਰਨ ਵਾਲੇ ਸਦੀਵ ਗੁਰੂ ਤੇਗ ਬਹਾਦਰ ਜੀ ਨੂੰ ਅੱਜ ਅਸੀਂ ਯਾਦ ਕਰਦੇ ਹਾਂ, ਪਰੰਤੂ ਇਸ ਸੰਬੰਧ ਨੂੰ ਤੋੜਨ ਵਾਲੀ ਹਕੂਮਤ ਦਾ ਵਜੂਦ ਮਿਟ ਚੁੱਕਾ ਹੈ ਔਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਾਜ ਅਤੇ ਧਰਮ ਦੇ ਆਪਸੀ ਸਾਂਝ ਦੇ ਕੇਂਦਰ ਵਜੋਂ ਸਮਝਣਾ ਚਾਹੀਦਾ ਹੈ। ਆਪਣੀ ਇਸ ਸਮਝ ਦੀ ਜਾਂ ਅੱਜ ਦੇ ਵਿਸ਼ੇ ਦੇ ਸੰਬੰਧ ਦੇ ਵਿੱਚ ਮੈਂ ਆਪਣੀ ਮੈਥਡੋਲੋਜੀ ਦੀ ਗੱਲ ਕਰਾਂਗਾ, ਕਿਉਂਕਿ ਜਦੋਂ ਅਸੀਂ ਗੁਰੂ ਮਹਾਰਾਜ ਦੇ 400ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਹੋ ਰਹੇ ਵੈਬੀਨਾਰ ਜਾਂ ਸੈਮੀਨਾਰਾਂ ਦਾ, ਉਹਨਾਂ ਦੇ ਵਿਸ਼ਿਆਂ ਦਾ ਨਿਰੀਖਣ ਕਰਦੇ ਹਾਂ ਜਾਂ ਉਹਨਾਂ ਦੇ ਵਿੱਚ ਵੱਖ-ਵੱਖ ਦੇ ਵਿੱਚ ਭਾਗ ਲੈਣ ਦਾ ਵੀ ਮੌਕਾ ਮਿਲਿਆ। 2 ਤਰ੍ਹਾਂ ਦੇ ਸਮਾਗਮ ਹੋ ਰਹੇ ਨੇ। ਇੱਕ ਸਮਾਗਮ ਉਹ ਜਿਨ੍ਹਾਂ ਦੇ ਵਿੱਚ ਅਸੀਂ ਗੁਰੂ ਮਹਾਰਾਜ ਦੀਆਂ ਜਿਹੜੀਆਂ ਟੀਚਿੰਗਸ ਨੇ, ਉਹਨਾਂ ਦੇ ਜੀਵਨ ਦੇ ਜਿਹੜੇ ਨਾਲ ਸੰਬੰਧਿਤ ਜੋ ਉਹਨਾਂ ਦੀ ਕੰਟਰੀਬਿਊਸ਼ਨ ਹੈ। ਦੂਸਰੇ ਜਿੱਥੇ ਅਸੀਂ ਥੋੜ੍ਹਾ ਜਿਹਾ ਰਿਸਰਚ ਦੀ ਗੱਲ ਕਰੀਏ, ਖੋਜ ਦੀ ਗੱਲ ਕਰੀਏ। ਅੱਜ ਦਾ ਜਿਹੜਾ ਮੇਰਾ ਪੇਪਰ ਹੈ ਉਹ ਥੋੜ੍ਹਾ ਜਿਹਾ ਪ੍ਰਚਾਰ ਪ੍ਰਸਾਰ ਦੇ ਨਾਲੋਂ ਰਿਸਰਚ ਵਾਲੇ ਪਾਸੇ ਵੱਲ ਨੂੰ ਹੋਏਗਾ, ਕਿਉਂਕਿ ਮੇਰੇ ਮਨ ਦੇ ਵਿੱਚ ਡਾਕਟਰ SP ਸਿੰਘ ਜੀ ਦਾ ਬਹੁਤ ਸਤਿਕਾਰ ਹੈ। ਡਾਕਟਰ ਸਾਹਿਬ ਜੋ ਕੁਝ ਵੀ ਸ਼ੇਅਰ ਕਰਦੇ ਨੇ ਉਹ ਬਹੁਤ ਗੰਭੀਰ ਹੁੰਦਾ ਹੈ, ਅਤੇ ਜਦੋਂ ਡਾਕਟਰ ਸਾਹਿਬ ਦੇ ਕਾਲਜ ਦੇ ਵਿੱਚ ਪੇਪਰ ਪੜ੍ਹਨਾ ਹੋਵੇ ਤਾਂ ਥੋੜ੍ਹਾ ਜਿਹਾ ਇੱਕ ਮਨ ਦੇ ਵਿੱਚ ਇੱਦਾਂ ਦਾ ਜਿਹੜਾ ਵਿਚਾਰ ਪੈਦਾ ਹੋਇਆ ਕਿ ਅਸੀਂ ਕੋਈ ਨਾ ਕੋਈ ਇੱਕ ਨਵੇਂ ਨੁਕਤੇ ਤੋਂ ਗੱਲ ਕਰੀਏ। ਜਦੋਂ ਅਸੀਂ ਨਵੇਂ ਨੁਕਤੇ ਦੀ ਗੱਲ ਕਰਦੇ, ਜਿਵੇਂ ਅੱਜ ਦੇ ਵੈਬੀਨਾਰ ਦਾ ਵਿਸ਼ਾ ਹੀ ਆਪਾਂ ਗੱਲ ਕਰ ਲਈਏ ਕਿ ਇਹ ਵਿਸ਼ਾ ਜਿੰਨਾ ਦੇਖਣ ਨੂੰ ਸਮਝਣ ਨੂੰ ਸਾਨੂੰ ਸਧਾਰਨ ਲੱਗਦਾ ਹੈ ਕਿ ਓਨਾ ਹੀ ਇਹ ਵਿਸ਼ਾ ਗੁੰਝਲਦਾਰ ਵੀ ਹੈ। ਸਧਾਰਨ ਤਾਂ ਇਸ ਕਰਕੇ ਹੈ ਕਿ ਜਦੋਂ ਅਸੀਂ ਗੁਰੂ ਮਹਾਰਾਜ ਦੇ ਸ਼ਹਾਦਤ ਦੀ ਗੱਲ ਕਰਦੇ ਹਾਂ ਅਤੇ ਵੱਖ-ਵੱਖ ਇਤਿਹਾਸਕਾਰਾਂ ਨੇ ਗੁਰੂ ਮਹਾਰਾਜ ਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਜਿਹੜਾ ਮਹੱਤਵ ਹੈ ਇਹ ਬਿਆਨ ਕੀਤਾ ਹੋਇਆ। ਅਤੇ ਪਹਿਲਾਂ ਆਪਾਂ ਉਸ ਮਹੱਤਵ ਦੇ 5 ਨੁਕਤਿਆਂ ਦੀ ਗੱਲ ਕਰਾਂਗੇ ਜਿਹੜੇ ਆਮ ਤੌਰ 'ਤੇ ਹਿਸਟੋਰੀਅਨ ਨੇ ਸਾਡੇ ਨਾਲ ਸਾਂਝੇ ਕੀਤੇ ਨੇ। ਉਸ ਤੋਂ ਬਾਅਦ
ਅੱਗੇ ਜਾ ਕੇ ਆਪਾਂ ਇਹਦੀ ਗੁੰਝਲਦਾਰਤਾ ਦੀ ਗੱਲ ਕਰਾਂਗੇ। ਜਿਵੇਂ ਇਤਿਹਾਸਕਾਰ ਇਹ ਗੱਲ ਲਿਖਦੇ ਨੇ ਕਿ ਇਸ ਸ਼ਹਾਦਤ ਤੋਂ ਪਿੱਛੋਂ ਖਾਲਸੇ ਦੀ ਸਿਰਜਣਾ ਹੋਈ। ਦੂਸਰਾ, ਧਰਮ ਦੀ ਖਾਤਰ ਸ਼ਹਾਦਤ ਦੇਣ ਦੀ ਸ਼ੁਰੂ ਹੋਈ ਪਰੰਪਰਾ ਹੋਰ ਮਜ਼ਬੂਤ ਹੋਈ, ਕਿਉਂਕਿ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਚੁੱਕੀ ਸੀ, ਜਿਸ ਦੇ ਬਾਰੇ ਡਾਕਟਰ ਮੁਥੂ ਮੋਹਨ ਜੀ ਨੇ ਕਾਫੀ ਵਿਸਥਾਰ ਦੇ ਵਿੱਚ ਗੱਲ ਕੀਤੀ ਹੈ। ਇਸ ਸ਼ਹਾਦਤ ਨੂੰ ਤੀਸਰਾ ਜਿਹੜਾ ਪੁਆਇੰਟ ਜਿਹੜੇ ਹਿਸਟੋਰੀਅਨ ਦੱਸਦੇ ਆ, ਲਿਖਤਾਂ ਤੋਂ ਪਤਾ ਲੱਗਦਾ ਕਿ ਇਸ ਸ਼ਹਾਦਤ ਨੂੰ ਨਵੇਕਲੀ ਅਤੇ ਵਿਲੱਖਣ ਮਿਸਾਲ ਕਿਹਾ ਜਾ ਸਕਦਾ ਹੈ। ਉਹ ਦੋ ਗੱਲਾਂ ਤੋਂ ਨਵੇਕਲੀ ਹੈ। ਇੱਕ ਤਾਂ ਇਹ ਕਿ ਕਿਸੇ ਹੋਰ ਧਰਮ ਦੇ ਲਈ ਆਪਣੀ ਸ਼ਹਾਦਤ ਦੇਣੀ, ਆਪਣੇ ਵਿਚਾਰਾਂ ਦੇ ਲਈ, ਆਪਣੇ ਸਿਧਾਂਤ ਦੇ ਲਈ ਤਾਂ ਦੁਨੀਆ ਭਰ ਦੇ ਵਿੱਚ ਸ਼ਹਾਦਤ ਦੇਣ ਵਾਲੇ ਹੋਰ ਲੋਕ ਮਿਲ ਜਾਣਗੇ, ਪਰੰਤੂ ਜਿਸ ਬਾਰੇ ਡਾਕਟਰ ਤਰਲੋਚਨ ਸਿੰਘ ਜੀ ਨੇ ਜ਼ੋਰ ਦਿੱਤਾ ਕਿ ਗੁਰੂ ਮਹਾਰਾਜ ਤਿਲਕ ਜੰਝੂ ਦੇ ਰਾਖੇ ਸੀ, ਪਰੰਤੂ ਗੁਰੂ ਨਾਨਕ ਪਾਤਸ਼ਾਹ ਨੇ ਉਸੇ ਤਿਲਕ ਨੂੰ ਇੱਕ ਕਿਸਮ ਦਾ ਇਨਕਾਰ ਕੀਤਾ ਸੀਗਾ, ਪਰੰਤੂ ਉਸੇ ਜਨੇਊ ਦੀ ਰਾਖੀ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦਿੰਦੇ ਨੇ, ਤੇ ਇੱਕ ਯੂਨੀਕ ਕਿਸਮ ਦੀ ਸ਼ਹਾਦਤ ਹੈ। ਜਿਹੜਾ ਚੌਥਾ ਹੈ ਕਿ ਇਸ ਸ਼ਹਾਦਤ ਦੇ ਨਾਲ ਹਕੂਮਤ ਦੇ ਵਿਰੁੱਧ ਲੜਨ ਦੀ ਭਾਵਨਾ ਪੈਦਾ ਹੋਈ, ਜਿਹਦੇ ਬਾਰੇ ਡਾਕਟਰ ਬਲਵੰਤ ਸਿੰਘ ਢਿੱਲੋਂ ਜੀ ਨੇ ਆਪਣਾ ਪੇਪਰ ਕਨਕਲੂਡ ਕਰਦੇ ਹੋਏ ਗੱਲ ਕੀਤੀ। ਔਰ ਪੰਜਵਾਂ ਕਿ ਸਾਂਝੇ ਕਾਰਜ ਲਈ ਜਾਨ ਵਾਰਨ ਵਾਲੇ ਯੋਧਿਆਂ ਲਈ ਸ਼ਹਾਦਤ ਪ੍ਰੇਰਨਾ ਦਾ ਸਰੋਤ ਬਣੀ। ਸੋ ਜਦੋਂ ਅਸੀਂ ਇਹ ਗੱਲਾਂ ਤਾਂ ਸਾਡੇ ਲਈ ਸਪਸ਼ਟ ਨੇ, ਪਰੰਤੂ ਜਦੋਂ ਅਸੀਂ ਅੱਜ ਦੇ ਵਿਸ਼ੇ ਦੀ ਗੱਲ ਕਰਦੇ ਹਾਂ ਕਿ ਅੱਜ ਦੇ ਵਿਸ਼ੇ ਦੇ ਵਿੱਚ ਜਿਹੜਾ ਸਾਨੂੰ ਦੋ ਗੱਲਾਂ ਦਿੱਤੀਆਂ ਨੇ ਕਿ ਧਾਰਮਿਕ ਅਤੇ ਸਮਾਜਿਕ ਮਹੱਤਵ। ਜਦੋਂ ਅਸੀਂ ਧਾਰਮਿਕ ਮਹੱਤਵ ਦੀ ਗੱਲ ਕਰਦੇ ਹਾਂ ਕਿ ਸ਼ਹਾਦਤ ਦਾ ਧਾਰਮਿਕ ਮਹੱਤਵ ਕੀ ਹੈ, ਤੇ ਇਹਨੂੰ ਮਾਪਣ ਦਾ ਸਾਡੇ ਕੋਲ ਕੋਈ ਤਰੀਕਾ ਨਹੀਂ ਹੈ, ਕੋਈ ਮੈਜ਼ਰਮੈਂਟ ਨਹੀਂ ਹੈ ਕਿ ਗੁਰੂ ਮਹਾਰਾਜ ਦੀ ਜਿਹੜੀ ਸ਼ਹਾਦਤ ਹੈ ਉਹਦਾ ਭਲਾ ਪ੍ਰਭਾਵ ਕਿੰਨਾ ਤੇ ਕਿਸ ਤਰ੍ਹਾਂ ਦਾ ਪਿਆ। ਤੇ ਦੂਸਰੀ ਗੱਲ ਕਿ ਅਜਿਹਾ ਜਦੋਂ ਅਸੀਂ ਮਾਪ ਦੀ ਗੱਲ ਕਰਾਂਗੇ ਤਾਂ ਸਾਡੇ ਕੋਲ ਸਭ ਲੋਕਾਂ ਦੀ ਇੱਕੋ ਜਿਹੀ ਸਹਿਮਤੀ ਨਹੀਂ ਹੈ, ਕਿਉਂਕਿ ਦੋ ਪੇਪਰ ਸੁਣੇ ਨੇ। ਡਾਕਟਰ ਤਰਲੋਚਨ ਸਿੰਘ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੇ ਵਿੱਚ ਸ਼ਹਾਦਤ ਦੀ ਜਿਹੜੀ ਕੰਟਰੀਬਿਊਸ਼ਨ ਹੈ ਇਹਦੀ ਡਾਇਰੈਕਸ਼ਨ ਇਕੱਲੇ ਇੰਡੀਅਨ ਕੰਟੈਕਸਟ ਦੇ ਵਿੱਚ ਕੀਤੀ ਹੈ, ਪਰੰਤੂ ਜਦ ਮੁਥੂ ਮੋਹਨ ਜੀ ਹਿਊਮਨ ਰਾਈਟਸ ਦੀ ਗੱਲ ਕਰਦੇ ਸੀ ਜਾਂ ਫਿਰ ਸੁਸਾਇਟੀ ਦੀ ਟਰਾਂਸਫਰਮੇਸ਼ਨ ਦੀ ਗੱਲ ਕਰਦੇ ਆ, ਕਿਉਂਕਿ ਜਿਹੜੀ ਇੰਟਰਪ੍ਰੀਟੇਸ਼ਨ ਹੈ ਸ਼ਹਾਦਤ ਦੀ ਉਹ ਇਤਿਹਾਸਕ ਤੱਥਾਂ ਅਤੇ ਸਰੋਤਾਂ ਦੀ ਜਿਹੜੀ ਵਿਆਖਿਆ ਹਰ ਮਨੁੱਖ ਆਪਣੀ ਬੁੱਧੀ ਅਤੇ ਪ੍ਰਾਪਤ ਗਿਆਨ ਦੇ ਨਾਲ ਕਰਦਾ, ਪਰੰਤੂ ਗੁਰੂ ਮਹਾਰਾਜ ਦੀ ਜਿਹੜੀ ਸ਼ਹਾਦਤ ਦੇ ਬਹੁਤ ਦੂਰਗਾਮੀ, ਬਹੁਤ ਵਿਸ਼ਾਲ ਜਿਹੜੇ ਮਹੱਤਵ ਹੈ, ਅਤੇ ਜਿਹਨੂੰ ਸਮਝਣ ਦੇ ਲਈ ਸਾਡਾ ਬਹੁਤ ਹੀ ਵਿਸ਼ਾਲ ਦ੍ਰਿਸ਼ਟੀਕੋਣ ਦੀ ਲੋੜ ਹੈ। ਅਤੇ ਜਿਹੜੀ ਕਿ ਦੁਨੀਆ ਭਰ ਦੀਆਂ ਸ਼ਹਾਦਤਾਂ ਵਰਗੀ ਸ਼ਹਾਦਤ ਨਹੀਂ ਹੈ, ਕਿਉਂਕਿ ਇਹ ਗੁਰੂ ਦੀ ਸ਼ਹਾਦਤ ਹੈ। ਅਤੇ ਜਿਸ ਤਰ੍ਹਾਂ ਮੈਂ ਆਪਣੇ ਪੇਪਰ ਦੀ ਗੱਲ ਕਰ ਰਿਹਾ ਸੀਗਾ ਕਿ ਧਰਮ ਦੀ ਸ਼ਹਾਦਤ ਹੈ, ਸਭ ਤੋਂ ਪਹਿਲਾਂ ਅਸੀਂ ਧਰਮ ਦੀ ਮਹੱਤਵ ਦੀ ਗੱਲ ਕਰੀਏ ਕਿ ਇਸ ਜਿਹੜੀ ਸ਼ਹਾਦਤ ਹੈ ਇਹ ਤੋਂ ਇਹ ਪਤਾ ਚੱਲਦਾ ਕਿ ਧਰਮ ਕੀ ਹੁੰਦਾ ਹੈ। ਜਦੋਂ ਅਸੀਂ ਰਿਲੀਜੀਅਸ ਸਟੱਡੀ ਦੇ ਸਕਾਲਰਸ ਨੂੰ ਦੇਖਦੇ ਹਾਂ ਜਾਂ ਉਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਤਾਂ ਉਹ ਇਹ ਗੱਲ ਕਹਿੰਦੇ ਆ ਕਿ ਧਰਮ ਨੂੰ ਡਿਫਾਈਨ ਕਰਨਾ ਬੜਾ ਮੁਸ਼ਕਲ ਹੈ, ਕਿ ਧਰਮ ਦੀ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ। ਮਰਸ਼ਾ ਲਾਡੇ ਦੀ ਧਾਰਨਾ ਕਿ ਧਰਮ ਆਪਣੇ ਆਪ ਦੇ ਵਿੱਚ ਪ੍ਰਗਟ ਹੁੰਦਾ ਜਾਂ ਧਰਮ ਖੁਦ ਦੱਸਦਾ ਕਿ ਉਹ ਕਿਹੋ ਜਿਹਾ ਹੈ। ਇਸੇ ਤਰ੍ਹਾਂ ਫੈਨੋਮੋਲੋਜੀਕਲ ਮੈਥਡੋਲੋਜੀ ਦੇ ਨਾਲ ਡਾਕਟਰ ਵਾਂਡਰਲਿਊ ਕਹਿੰਦਾ ਕਿ ਧਰਮ ਖੁਦ ਇੱਕ ਫਨੋਮਨੇ ਦੇ ਤੌਰ 'ਤੇ ਮੈਨੀਫੈਸਟ ਹੁੰਦਾ ਹੈ। ਔਰ ਜੇਕਰ ਮੈਂ ਤੁਹਾਨੂੰ ਜਿੰਨੇ ਵੀ ਵੈਬੀਨਾਰ ਦੇ ਵਿੱਚ ਜੁੜੇ ਹੋਏ ਵਿਦਵਾਨ ਨੇ ਇਹ ਪ੍ਰਸ਼ਨ ਕਰਾਂ ਕਿ ਧਰਮ ਕੀ ਹੁੰਦਾ ਹੈ, ਜਾਂ ਤੁਸੀਂ ਸੋਚ ਲਓ ਆਪਣੇ ਮਨ ਦੇ ਵਿੱਚ ਧਰਮ ਕੀ ਹੈ, ਤਾਂ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਬਾਅਦ ਦੇ ਵਿੱਚ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਲਵਾਂਗੇ ਤਾਂ ਸਾਡਾ ਸਾਰਿਆਂ ਦਾ ਇੱਕ ਉੱਤਰ ਨਹੀਂ ਆਏਗਾ ਕਿ ਧਰਮ ਕੀ ਹੁੰਦਾ ਹੈ, ਕਿਉਂਕਿ ਅਸੀਂ ਧਰਮ ਨੂੰ ਆਪੋ ਆਪਣੇ ਦ੍ਰਿਸ਼ਟੀਕੋਣ ਦੇ ਨਾਲ ਦੇਖਦੇ ਹਾਂ ਅਤੇ ਸਮਝਦੇ ਹਾਂ। ਪਰੰਤੂ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦੇ ਹਵਾਲੇ ਦੇ ਨਾਲ ਧਰਮ ਦਾ ਉੱਤਰ ਦੇਣਾ ਹੋਵੇ ਤਾਂ ਬਹੁਤ ਸੌਖਾ ਅਤੇ ਸਹਿਜ ਦੇ ਵਿੱਚ ਉੱਤਰ ਦਿੱਤਾ ਜਾ ਸਕਦਾ। ਅਤੇ ਇਹ ਸਵਾਲ ਤੁਸੀਂ ਮੈਨੂੰ ਕਰੋ ਕਿ ਧਰਮ ਕੀ ਹੁੰਦਾ, ਤਾਂ ਮੈਂ ਕਹਾਂਗਾ ਕਿ ਧਰਮ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਹੁੰਦਾ।
ਜੇਕਰ ਤੁਸੀਂ ਧਰਮ ਵੇਖਣਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰੋ। ਇਸੇ ਕਰਕੇ ਅਰਦਾਸ ਦੇ ਵਿੱਚ ਜਦੋਂ ਅਰਦਾਸ ਕੀਤੀ ਜਾਂਦੀ ਹੈ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਿਮਰਿਐ ਕਰ ਨੌ ਨਿਧ ਆਵੈ ਧਾਏ, ਕਿ 9 ਨਿਧੀਆਂ ਜਿਨ੍ਹਾਂ ਨੂੰ ਮਨੁੱਖ ਆਪਣੇ ਜੀਵਨ ਦੇ ਸਭ ਤੋਂ ਵੱਡੇ ਜਾਂ ਇੱਕ ਅਜਿਹੇ ਦੁਰਲੱਭ ਖਜ਼ਾਨੇ ਦੇ ਤੌਰ ਤੇ ਮੰਨਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ, ਗੁਰੂ ਮਹਾਰਾਜ ਨੂੰ ਸਿਮਰਨ ਦੇ ਨਾਲ ਉਹ ਸਭ ਖਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਜਿਉਂਦੀ ਜਾਗਦੀ ਮਿਸਾਲ ਹਨ, ਤੇ ਇਸ ਪਰਿਭਾਸ਼ਾ ਦੇ ਨਾਲ ਤੁਸੀਂ ਸਾਰੇ ਸ਼ਾਇਦ ਮੇਰੇ ਨਾਲ ਸਹਿਮਤ ਹੋਵੋਗੇ। ਔਰ ਇਸ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਇੱਕ ਥਿਓਲੋਜੀਅਨ ਧਰਮ ਸ਼ਾਸਤਰੀ ਪੌਲ ਟਿਲਿਚ ਦੀ ਕਿਤਾਬ, ਬੜੀ ਇੰਪੋਰਟੈਂਟ ਕਿਤਾਬ ਹੈ ਤੇ ਉਹ ਪੜ੍ਹਨੀ ਚਾਹੀਦੀ ਹੈ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਬਾਰੇ ਗੱਲ ਕਰਨੀ ਹੈ। ਉਹਦਾ ਕਿਤਾਬ ਦਾ ਟਾਈਟਲ ਹੈ ਦ ਕਰਜ਼ ਟੂ ਬੀ। ਆਪਣੀ ਕਿਤਾਬ ਦਾ ਕਰਜ਼ ਟੂ ਬੀ ਨੂੰ ਉਹ ਪੌਲ ਟਿਲਿਚ ਬਹੁਤ ਢੁਕਵੇਂ ਵਾਕ ਦੇ ਨਾਲ ਸਮਾਪਤ ਕਰਦਾ ਹੈ, ਤੇ ਪੌਲ ਟਿਲਿਚ ਲਿਖਦਾ ਹੈ ਦ ਕਰਜ਼ ਟੂ ਬੀ ਇਜ਼ ਰੂਟਡ in the God who disappears when God has disappeared in the anxiety of doubt। ਭਾਵ ਕਿ ਮਨੁੱਖ ਵਿੱਚ ਦੁੱਖ ਦਰਦ ਦਾ ਬਹਾਦਰੀ ਨਾਲ ਟਾਕਰਾ ਕਰਨ ਦੀ ਹਿੰਮਤ ਰੱਬ ਭਾਵ ਧਰਮ ਵਿੱਚ ਹੁੰਦੀ ਹੈ, ਅਤੇ ਇਹ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਰੱਬ ਸ਼ੱਕ ਦੀ ਚਿੰਤਾ ਵਿੱਚ ਗੁੰਮ ਹੋ ਜਾਂਦਾ ਹੈ। ਸੋ ਪੌਲ ਟਿਲਿਚ ਦੇ ਹਵਾਲੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਜ਼ੁਲਮ ਦਾ ਸੂਰਮਗਤੀ ਨਾਲ ਟਾਕਰਾ ਕਰਨ ਦੀ ਦਲੇਰੀ ਪੈਦਾ ਹੁੰਦੀ ਹੈ, ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦੇ ਰਾਹੀਂ ਗੁਆਚੇ ਧਰਮ ਨੂੰ ਜਿੰਦਾ ਕੀਤਾ ਹੈ। ਆਪਣੇ ਦੀਨ ਤੇ ਕਾਇਮ ਰਹਿਣਾ ਹੀ ਧਰਮ ਹੈ। ਆਪਣੇ ਦੀਨ, ਖਿਆਲ ਜਾਂ ਸਿਧਾਂਤ ਦੀ ਰਖਵਾਲੀ ਲਈ ਜਾਨ ਵਾਰਨ ਦਾ ਨੇਚਾ ਸੱਚੇ ਪ੍ਰੇਮ ਵਿੱਚ ਉਪਜਦਾ ਹੈ। ਤੇ ਗੁਰਬਾਣੀ ਦੇ ਵਿੱਚ ਜੇਕਰ ਆਪਾਂ ਹਵਾਲਾ ਲੈਣਾ ਹੋਵੇ ਤਾਂ ਭਗਤ ਕਬੀਰ ਜੀ ਨੇ ਧਰਮ ਦੇ ਇਸ ਗੁਣ ਨੂੰ ਬਾਣੀ ਦੇ ਰਾਹੀਂ ਬਹੁਤ ਸਪਸ਼ਟ ਕੀਤਾ, ਤੇ ਕਬੀਰ ਜੀ ਲਿਖਦੇ ਆ ਕਿ ਪੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਸੋ ਕਬੀਰ ਜੀ ਨੇ ਜਿਹੜੀ ਧਰਮ ਦੀ ਪਰਿਭਾਸ਼ਾ ਦਿੱਤੀ ਹੈ ਉਸ ਪਰਿਭਾਸ਼ਾ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਪੂਰੇ ਉਤਰੇ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਮੁੱਖ ਮਹੱਤਵ ਇਹ ਹੈ ਕਿ ਉਹਨਾਂ ਨੇ ਇਸ ਸ਼ਹਾਦਤ ਦੇ ਰਾਹੀਂ ਹਕੂਮਤ ਦੇ ਨਸ਼ੇ ਵਿੱਚ ਅੰਨੇ ਹੋਏ ਹਾਕਮ ਔਰੰਗਜ਼ੇਬ, ਉਹਦੇ ਅਹਿਲਕਾਰ ਅਤੇ ਉਸ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਕਾਜੀ ਅਤੇ ਜ਼ੁਲਮ ਦੇ ਪ੍ਰਤੀਕ ਜਲਾਦ ਆਦਿ ਜਿਨ੍ਹਾਂ ਦੇ ਜੀਵਨ ਵਿੱਚੋਂ ਧਰਮ ਅਲੋਪ ਹੋ ਗਿਆ ਸੀ, ਇਹਨਾਂ ਸਭ ਨੂੰ ਇਹ ਦੱਸਿਆ ਕਿ ਧਰਮ ਕਿਹੋ ਜਿਹਾ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਪਿੱਛੋਂ ਔਰੰਗਜ਼ੇਬ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਧਰਮ ਕਿਹੋ ਜਿਹਾ ਹੁੰਦਾ ਹੈ, ਪਰੰਤੂ ਹਕੂਮਤ ਦਾ ਨਸ਼ਾ ਹਾਕਮਾਂ ਨੂੰ ਹਮੇਸ਼ਾ ਸੱਚ ਤੋਂ ਦੂਰ ਰੱਖਦਾ। ਸੋ ਔਰੰਗਜ਼ੇਬ ਨੂੰ ਵੀ ਜਿੱਦਾਂ ਹਾਕਮਾਂ ਨੂੰ ਵਹਿਮ ਹੁੰਦਾ ਕਿ ਉਹ ਆਪਣੇ ਜ਼ੁਲਮ ਦੇ ਨਾਲ ਕਿਸੇ ਤੋਂ ਵੀ ਈਨ ਮਨਵਾ ਸਕਦੇ ਨੇ, ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਵੀ ਉਹਨਾਂ ਨੇ 2 ਸ਼ਰਤਾਂ ਰੱਖੀਆਂ ਸੀ ਕਿ ਪਹਿਲਾਂ ਆਪਣਾ ਦੀਨ ਬਦਲ ਲੈਣ ਜਾਂ ਕਰਾਮਾਤ ਦਿਖਾਉਣ। ਇਹਨਾਂ ਦੋਨਾਂ ਸ਼ਰਤਾਂ ਦੇ ਸੰਬੰਧ ਦੇ ਵਿੱਚ ਮੈਂ ਗੱਲ ਕਰਾਂਗਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਆਪਾਂ ਬਦਲਾਂਗੇ ਕੀ, ਚੁਆਇਸ ਕਿੱਥੇ ਹੁੰਦੀ ਹੈ? ਚੁਆਇਸ ਇੱਥੇ ਹੁੰਦੀ ਹੈ ਜਦੋਂ ਸਾਡੇ ਕੋਲ ਇੱਕ ਤੋਂ ਬਹੁਤੀਆਂ ਚੀਜ਼ਾਂ ਹੋਣ। ਤੇ ਗੁਰੂ ਤੇਗ ਬਹਾਦਰ ਸਾਹਿਬ ਆਪ ਧਰਮ ਨੇ। ਗੁਰਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ, ਜਦੋਂ ਅਸੀਂ ਮੂਲ ਸਿਧਾਂਤ ਹੀ ਪੜ੍ਹ ਲਈਏ, ਗੁਰੂ ਮਹਾਰਾਜ ਨੇ ਕਿਹਾ ਕਿ ਏਕੇ ਓਂਕਾਰ। ਜਦੋਂ ਧਰਮ ਇੱਕ ਹੈ, ਇੱਕ ਧਰਮ ਨੂੰ ਨਹੀਂ ਬਦਲਿਆ ਜਾ ਸਕਦਾ। ਸੋ ਬਦਲਾਅ ਪੋਸੀਬਲ ਹੀ ਨਹੀਂ ਸੀ। ਸੋ ਦੂਸਰਾ ਜਿਹੜਾ ਨੁਕਤਾ ਹੈ ਕਿ ਕਰਾਮਾਤ, ਇੱਕ ਦੀ ਕਰਾਮਾਤ ਸਭ ਪਾਸੇ ਵਰਤ ਰਹੀ ਹੈ। ਜੇ ਉਸ ਕਰਾਮਾਤ ਜੋ ਅਸੀਂ ਜੀਵਨ ਜਿਉਂਦੇ ਹਾਂ, ਜੋ ਕੁਝ ਇਹ ਸ੍ਰਿਸ਼ਟੀ ਚੱਲ ਰਹੀ ਹੈ, ਇਹ ਉਸੇ ਇੱਕ ਦੀ ਹੀ ਕਰਾਮਾਤ ਹੈ।
ਤੇ ਜਦੋਂ ਕਰਾਮਾਤ ਆਲਰੇਡੀ ਚੱਲ ਰਹੀ ਹੈ ਤੇ ਹੋਰ ਕਰਾਮਾਤ ਦਿਖਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ ਸੀ। ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀਆਂ ਦੋਨੇ ਜਿਹੜੀਆਂ ਸ਼ਰਤਾਂ ਸੀ ਇਹ ਇਸ ਕਰਕੇ ਉਹਨਾਂ ਨੇ ਨਾ ਪ੍ਰਵਾਨ ਕੀਤੀਆਂ ਕਿਉਂਕਿ ਉਹ ਧਰਮ ਸੀ ਅਤੇ ਧਰਮ ਇੱਕ ਹੋਣ ਕਰਕੇ ਮੈਂ ਦੁਬਾਰਾ ਜ਼ੋਰ ਦਿੰਦਾ ਇਸ ਗੱਲ ਤੇ ਕਿ ਬਦਲਿਆ ਨਹੀਂ ਜਾ ਸਕਦਾ ਸੀ। ਔਰੰਗਜ਼ੇਬ ਬੇਸਮਝ ਸੀ ਤੇ ਔਰੰਗਜ਼ੇਬ ਦੀ ਇਸ ਬੇਸਮਝੀ ਦਾ ਜਵਾਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਉਹਨਾਂ ਨੂੰ ਜ਼ਫਰਨਾਮਾ ਲਿਖਿਆ ਤੇ ਜ਼ਫਰਨਾਮੇ ਦੇ ਵਿੱਚ ਵੀ ਕਿਹਾ ਕਿ ਤੁਸੀਂ ਕੁਰਾਨ ਦੀਆਂ ਕਸਮਾਂ ਸਾਡੇ ਨਾਲ ਖਾਧੀਆਂ ਤੇ ਤੁਸੀਂ ਤਾਂ ਆਪਣੇ ਦੀਨ ਦੇ ਪੱਕੇ ਨਹੀਂ ਹੈ। ਸੋ ਇਹ ਗੱਲ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਆਪਣੀ ਸ਼ਹਾਦਤ ਦੇ ਨਾਲ ਤਸਦੀਕ ਕੀਤੀ ਸੀ ਉਹ ਬਾਅਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਹਵਾਲੇ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਸ ਗੱਲ ਨੂੰ ਤਸਦੀਕ ਕੀਤਾ। ਸੋ ਔਰੰਗਜ਼ੇਬ ਦੇ ਸੰਬੰਧ ਦੇ ਵਿੱਚ ਇੱਕ ਮਿੱਥ ਬੜੀ ਪ੍ਰਚਲਿਤ ਹੈ। ਆਮ ਤੌਰ 'ਤੇ ਇੱਥੇ ਲਿਟਰੇਚਰ ਦੇ ਵਿਦਿਆਰਥੀ ਵੀ ਹੋਣਗੇ ਉਹ ਮਿੱਥ ਨੂੰ ਕਿਸੇ ਹੋਰ ਨਜ਼ਰੀਏ ਤੋਂ ਦੇਖਦੇ ਆ। ਇਤਿਹਾਸ ਦੇ ਬੰਦੇ ਕਹਿਣਗੇ ਮਿਥਿਹਾਸ ਹੈ ਜਿਹਦਾ ਕੋਈ ਐਵੀਡੈਂਸ ਨਾ ਹੋਵੇ, ਪਰੰਤੂ ਧਰਮ ਦੇ ਵਿਦਿਆਰਥੀ ਦੇ ਲਈ ਮਿੱਥ ਬੜੀ ਇੰਪੋਰਟੈਂਟ ਹੁੰਦੀ ਹੈ। ਸੋ ਮੈਂ ਇੱਕ ਮਿੱਥ ਦੇ ਹਵਾਲੇ ਦੇ ਨਾਲ ਹੀ ਤੁਹਾਡੇ ਨਾਲ ਗੱਲ ਕਰਾਂਗਾ ਕਿ ਔਰੰਗਜ਼ੇਬ ਨੇ ਜਦੋਂ ਵਾਰਤਾਲਾਪ ਹੋਇਆ ਇਸ ਸੰਬੰਧ ਦੇ ਵਿੱਚ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਨੇ ਕਿਹਾ ਕਿ ਜੇਕਰ ਤੁਸੀਂ ਸਾਡੀਆਂ ਸ਼ਰਤਾਂ ਨਹੀਂ ਮੰਨੋਗੇ ਤਾਂ ਤੁਹਾਡਾ ਸਿਰ ਕੱਟ ਦਿੱਤਾ ਜਾਏਗਾ। ਇਹਦੇ ਜਵਾਬ ਦੇ ਵਿੱਚ ਗੁਰੂ ਜੀ ਦਾ ਉੱਤਰ ਹੈ ਕਿ ਤੁਸੀਂ ਮੇਰਾ ਸਿਰ ਨਹੀਂ ਕੱਟ ਸਕਦੇ। ਸੋ ਸਿਰ ਕੱਟਣ ਦੀ ਜਿਹੜੀ ਇੱਕ ਮਿੱਥ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸੀਸ ਹੈ ਉਹ ਕੱਟਿਆ ਨਹੀਂ ਗਿਆ, ਭਾਵ ਇਹ ਜਿਹੜੀ ਮਿੱਥ ਦਾ ਸਾਡੇ ਧਰਮ ਦੇ ਵਿਦਿਆਰਥੀਆਂ ਦੇ ਲਈ ਬੜਾ ਮਹੱਤਵ ਇਸ ਕਰਕੇ ਹੈ ਕਿਉਂਕਿ ਧਰਮ ਨੂੰ ਕੱਟਿਆ ਨਹੀਂ ਜਾ ਸਕਦਾ। ਧਰਮ ਦੇ ਜਿਹੜੇ ਅਸੀਂ ਇਕੱਲੇ ਅਰਥ ਹੀ ਦੇਖ ਲਈਏ ਕਿ ਜਿਹੜਾ ਰਿਲੀਜਨ ਸ਼ਬਦ ਹੈ ਰੀਲਗੇਅਰ ਤੋਂ ਬਣਿਆ ਜਿਹਦੇ ਮਤਲਬ ਬਣਦਾ ਟੂ ਜਨਾਈਟ, ਜੁੜਨਾ, ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਤੇ ਧੜ ਦੀ ਜਿਹੜੀ ਜੁੜਤ ਦਾ ਸਾਡੀ ਮਿੱਥ ਦੇ ਵਿੱਚ ਇੱਕ ਮੈਨੀਫੈਸਟੇਸ਼ਨ ਹੁੰਦੀ ਹੈ। ਸਾਨੂੰ ਉਹਨੂੰ ਵੀ ਧਾਰਮਿਕ ਨਜ਼ਰੀਏ ਤੋਂ ਜੇਕਰ ਅਸੀਂ ਸਮਝਾਂਗੇ ਤਾਂ ਗੱਲ ਹੋਰ ਸਪਸ਼ਟ ਹੋਏਗੀ। ਕਿਉਂਕਿ ਜਲਾਦ ਗੁਰੂ ਦਾ ਸੀਸ ਨਹੀਂ ਕੱਟ ਸਕਦਾ ਸੀ ਔਰ ਔਰੰਗਜ਼ੇਬ ਵੀ ਗੁਰੂ ਦੀ ਜਾਨ ਨਹੀਂ ਲੈ ਸਕਦਾ। ਕਿਉਂ ਨਹੀਂ ਜਾਨ ਲੈ ਸਕਦਾ? ਕਿਉਂਕਿ ਗੁਰੂ ਸਦੀਵੀ ਹੈ, ਗੁਰੂ ਜੁਗੋ ਜੁਗ ਅਟਲ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਦੇਹ ਤੋਂ ਉੱਪਰ ਗੁਰੂ ਰੂਪ ਨੇ। ਜਿਹੜੀ ਦੇਹ ਦੀ ਆਪਾਂ ਅੱਜ ਕੱਲ੍ਹ ਵੀ ਲੋਕੀ ਬਹੁਤ ਸਾਰੇ ਇੱਦਾਂ ਦੇ ਨੇ ਬਹੁਤ ਜ਼ੋਰ ਲਾਉਂਦੇ ਆ ਕਿ ਦੇਹੀ ਦਾ ਸੰਕਲਪ ਹੈ ਜੀ ਦੇਹੀ ਦੇ ਬਾਰੇ, ਪਰੰਤੂ ਦੇਹੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਾਈ ਦਿੱਤੀ ਉਦੋਂ ਹੀ ਦੇਹੀ ਦਾ ਜਿਹੜਾ ਸੰਕਲਪ ਹੈ ਉਹਨੂੰ ਇੱਕ ਗੁਰੂ ਸੰਕਲਪ ਦੇ ਵਿੱਚ, ਇੱਕ ਸਦੀਵੀ ਗੁਰੂ ਦੇ ਵਿੱਚ ਬਦਲ ਦਿੱਤਾ ਸੀ। ਤੇ ਇਹੀ ਜਿਹੜੀ ਗੁਰਿਆਈ ਹੈ ਜਦੋਂ ਅਸੀਂ ਗੁਰੂ ਮਹਾਰਾਜ ਦੇ ਜੀਵਨ ਦੇ ਨਾਲ ਦੇਖਦੇ ਹਾਂ ਤੇ ਇਤਿਹਾਸ ਦੇ ਵਿੱਚ ਕਿਤੇ ਵੀ ਤੁਸੀਂ ਇੱਦਾਂ ਦੀ ਐਗਜ਼ਾਮਪਲ ਦਿਓ ਕਿ ਪੋਤਾ ਆਪਣੇ ਦਾਦੇ ਦੇ ਵੱਲ ਇਸ਼ਾਰਾ ਕਰਦੇ ਹੋਏ ਕਿ ਗੁਰੂ ਬਕਾਲੇ ਵੱਲ ਨੂੰ ਹੈ। ਤੇ ਇੱਦਾਂ ਦੇ ਜਿਹੜੇ ਇਹ ਗੁਰੂ ਟ੍ਰੈਡੀਸ਼ਨ ਸਾਡੇ ਸਾਹਮਣੇ ਆਉਂਦੀ ਹੈ ਤੇ ਉਹਦੇ ਵਿੱਚ ਜਿਹੜਾ ਗੁਰੂ ਹੈ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਦੋਂ ਸ਼ਹਾਦਤ ਨੂੰ ਅਸੀਂ ਦੇਖਦੇ ਹਾਂ ਤਾਂ ਇਹਨੂੰ ਸ਼ਹਾਦਤ ਦੇ ਅਰਥਾਂ ਦੇ ਵਿੱਚ ਹੀ ਸਮਝਣਾ ਚਾਹੀਦਾ। ਇਸ ਸੰਦਰਭ ਦੇ ਵਿੱਚ ਮੈਂ ਵਿਦਵਾਨਾਂ ਨੂੰ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਕਿ ਜਦੋਂ ਵੀ ਅਸੀਂ ਲਿਖਤਾਂ ਪੜ੍ਹਦੇ ਹਾਂ ਜਾਂ ਗੱਲ ਕਰਦੇ ਹਾਂ ਤਾਂ ਅਸੀਂ ਬੜੇ ਸਹਿਜ ਭਾਅ ਦੇ ਵਿੱਚ ਗੱਲ ਕਰ ਲੈਂਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲੀਦਾਨ। ਸੋ ਜਦੋਂ ਅਸੀਂ ਕੁਰਬਾਨੀ ਤੇ ਬਲੀਦਾਨ ਨੂੰ ਧਾਰਮਿਕ ਨਜ਼ਰੀਏ ਤੋਂ ਦੇਖਾਂਗੇ, ਕੁਰਬਾਨੀ ਉਹਦੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਸਤਾ ਨਾ ਹੋਵੇ, ਸਤਾਹੀਣ ਦੀ ਕੁਰਬਾਨੀ ਹੋਏਗੀ। ਸੋ ਇਸਲਾਮਿਕ ਪਰੰਪਰਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਤੇ ਜਦੋਂ ਵੀ ਉਹ ਕਿਸੇ ਦੀ ਕੁਰਬਾਨੀ ਲੈਂਦੇ ਨੇ ਤਾਂ ਉਹ ਸਤਾਹੀਣ ਹੈ, ਪਰੰਤੂ ਗੁਰੂ, ਕਿਉਂਕਿ ਗੁਰੂ ਕੀ ਹੈ? ਅਕਾਲ ਰੂਪ ਹੈ, ਸਾਰੀ ਸਤਾ ਗੁਰੂ ਦੇ ਹੱਥ ਹੈ ਤੇ ਸਾਰਾ ਕੁਝ ਗੁਰੂ ਦੇ ਭਾਣੇ ਦੇ ਵਿੱਚ ਹੈ ਤੇ ਗੁਰੂ ਸਮਰੱਥ ਹੈ। ਸੋ ਇਸ ਸੰਦਰਭ ਦੇ ਵਿੱਚ ਗੁਰੂ ਮਹਾਰਾਜ ਦੀ ਸ਼ਹਾਦਤ ਨੂੰ ਕੁਰਬਾਨੀ ਦੇ ਸ਼ਬਦਾਂ ਦੇ ਨਾਲ ਜਾਂ ਕੁਰਬਾਨੀ ਬੜਾ ਇੱਕ ਲਿਮਟਿਡ ਸ਼ਬਦ ਰਹਿ ਜਾਂਦਾ ਹੈ। ਇਸੇ ਤਰ੍ਹਾਂ ਇੱਕ ਸ਼ਬਦ ਅਸੀਂ ਪ੍ਰਚਲਿਤ ਹੈ ਕਿ ਬਲੀਦਾਨ। ਬਲੀ ਵੀ ਜਿੱਦਾਂ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਪ੍ਰਾਚੀਨ ਲੋਕ ਧਰਮ ਦੇ ਵਿੱਚ ਬਲੀ ਦੇਣ ਦਾ ਰਿਵਾਜ ਸੀ। ਬਲੀ ਉਹਦੀ ਦਿੱਤੀ ਜਾਂਦੀ ਹੈ ਜਿਹੜਾ ਸਤਾਹੀਣ ਹੋਵੇ।
ਸੋ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਗੁਰੂ ਆਪ ਧਰਮ ਦਾ ਰੂਪ ਨੇ, ਆਪ ਸਮਰੱਥ ਨੇ। ਤੇ ਜਦੋਂ ਗੁਰੂ ਸਮਰੱਥ ਨੇ ਜਾਂ ਗੁਰੂ ਮਹਾਰਾਜ ਦੀ ਜੇਕਰ ਜ਼ਿਆਦਾ ਤੁਸੀਂ ਗੁਰੂ ਮਹਾਰਾਜ ਦੀ ਬਾਣੀ ਦੇਖੋ ਤਾਂ ਗੁਰੂ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਇੱਕ ਜੀਵਨ ਮੁਕਤ ਦਾ ਜਿਹੜਾ ਸੰਕਲਪ ਦਿੱਤਾ ਕਿ ਇਸ ਜੀਵਨ ਤੋਂ ਜਿਹਦੇ ਨਾਲ ਸਾਡੀ ਸਾਂਝ ਅਸੀਂ ਕਹਿੰਦੇ ਹਾਂ, ਤੇ ਗੁਰੂ ਮਹਾਰਾਜ ਕਹਿੰਦੇ ਵੀ ਇਹ 5 ਤੱਤਾਂ ਦਾ ਬਣਿਆ ਤੇ ਇਹਦੇ ਵਿੱਚ ਹੀ ਅਸੀਂ ਵਿਲੀਨ ਹੋ ਜਾਣਾ। ਇਸੇ ਕਰਕੇ ਜਿੰਨੇ ਸ਼ਬਦਾਂ ਦੇ ਬਾਰੇ, ਗੁਰਬਾਣੀ ਦੇ ਬਾਰੇ ਜੋ ਗੱਲ ਡਾਕਟਰ ਬਲਵੰਤ ਸਿੰਘ ਢਿੱਲੋਂ ਜੀ ਨੇ ਵੀ ਜ਼ਿਕਰ ਕੀਤਾ, ਤੇ ਗੁਰੂ ਮਹਾਰਾਜ ਤਾਂ ਫਿਰ ਇਹੀ ਕਹਿੰਦੇ ਆ ਕਿ ਜਿਹੜਾ ਸਾਡਾ ਜੀਵਨ ਹੈ ਇਹ 5 ਤੱਤਾਂ ਤੋਂ ਬਣਿਆ। ਸੋ ਇਸ ਕਰਕੇ ਜਿਹੜਾ ਉਸ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਜਿਹੜੀ ਉਹ ਜੀਵਨ ਮੁਕਤੀ ਦੀ ਅਵਸਥਾ ਹੈ ਉਹਦੇ ਵਿੱਚ ਤਾਂ ਫਿਰ ਇਹੀ ਹੈ ਕਿ ਜਿਹੜਾ ਮਨੁੱਖ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਔਰ ਭੈ ਨਹੀਂ ਜਾਂਕੇ, ਕੰਚਨ ਮਾਟੀ ਮਾਨੇ। ਸੋ ਹੋਰ ਵੀ ਆਪਾਂ ਹਵਾਲੇ ਦੇ ਸਕਦੇ ਹਾਂ, ਕਿਉਂਕਿ ਮੈਂ ਇੱਕ ਆਖਰੀ ਸਪੀਕਰ ਹਾਂ, ਆਖਰੀ ਬੁਲਾਰੇ ਦੇ ਲਈ ਸਮਾਂ ਅਕਸਰ ਘਟ ਜਾਂਦਾ ਹੁੰਦਾ ਤੇ ਤੁਸੀਂ ਵੀ ਥੱਕ ਗਏ ਹੋਵੋਗੇ। ਸੋ ਮੈਂ ਆਪਣੇ ਗੱਲ ਨੂੰ ਥੋੜ੍ਹਾ ਜਿਹਾ ਸੰਖੇਪ ਕਰਦਾ ਹੋਇਆ ਇਸ ਪਾਸੇ ਵੱਲ ਆਵਾਂਗਾ ਕਿ ਜਦੋਂ ਅਸੀਂ ਸ਼ਹਾਦਤ ਦੇ ਮਹੱਤਵ ਨੂੰ ਸਮਝਣਾ ਤਾਂ ਇੱਕ ਤਾਂ ਕੰਟੈਂਪਰੇਰੀ ਜਿਹੜੇ ਸਾਡੇ ਸਰੋਤ ਨੇ ਉਹਨਾਂ ਦੇ ਵਿੱਚ ਵੀ ਇਹ ਜ਼ਿਕਰ ਮਿਲਦਾ ਹੈ। ਜਿੱਦਾਂ ਗੁਰੂ ਸੋਭਾ ਦਾ ਲੇਖਕ ਸੈਨਾਪਤੀ ਕਹਿੰਦਾ ਕਿ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਗੁਰੂ ਤੇਗ ਬਹਾਦਰ ਸਾਹਿਬ ਸਗਲ ਸ੍ਰਿਸ਼ਟੀ ਦੀ ਚਾਦਰ ਨੇ। ਅੱਜ ਕੱਲ੍ਹ ਜਿੱਦਾਂ ਮੈਂ ਟਰਮ ਦੀ ਗੱਲ ਕਰਦੇ ਹਾਂ, ਠੀਕ ਹੈ, ਹਿੰਦ ਦੀ ਚਾਦਰ ਵੀ ਲੋਕ ਕਹਿ ਸਕਦੇ ਨੇ, ਤੇ ਕਿ ਗੁਰੂ ਹੈ, ਗੁਰੂ ਨੂੰ ਜਿਸ ਨੇ ਆਪਣੀ ਦ੍ਰਿਸ਼ਟੀ ਤੋਂ ਦੇਖਣਾ ਦੇਖ ਸਕਦਾ। ਪਰੰਤੂ ਸਾਡਾ ਜਿਹੜਾ ਸਕਾਲਰ ਦਾ ਇਹ ਫਰਜ਼ ਬਣਦਾ ਕਿ ਗੁਰੂ ਮਹਾਰਾਜ ਨੂੰ ਬੜੇ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੇ ਜੀਵਨ ਨੂੰ ਵਿਸ਼ਾਲ ਅਰਥਾਂ ਦੇ ਵਿੱਚ ਲੈਣਾ ਚਾਹੀਦਾ, ਕਿਉਂਕਿ ਇਹ ਜਿਹੜੀ ਸ਼ਹਾਦਤ ਹੈ ਬਚਿੱਤਰ ਨਾਟਕ ਦੇ ਵਿੱਚ ਵੀ ਜ਼ਿਕਰ ਮਿਲਦਾ ਕਿ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰੜ ਨਾ ਦਿਆ। ਸੋ ਜਦੋਂ ਅਸੀਂ ਧਰਮ ਦੇ ਕੰਟੈਕਸਟ ਦੇ ਵਿੱਚ ਦੇਖਾਂਗੇ ਤਾਂ ਗੁਰੂ ਮਹਾਰਾਜ ਦੀ ਜਿਹੜੀ ਸ਼ਹਾਦਤ ਦੇ ਮਹੱਤਵ ਦੇ ਬਾਰੇ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਦੋਂ ਹੁੰਦੀ ਹੈ ਉਹਦੇ ਵਿੱਚ ਗੁਰੂ ਮਹਾਰਾਜ ਦੀ ਸ਼ਹਾਦਤ ਦਾ ਮਹੱਤਵ ਹੈ ਕਿ ਅਸੀਂ ਸੁਣਦੇ ਹਾਂ ਕਿ ਦਾਦੀ ਮਾਂ ਆਪਣੇ ਬੱਚਿਆਂ ਨੂੰ ਆਪਣੇ ਦਾਦੇ ਦੇ ਬਾਰੇ ਦੱਸਦੇ ਆ ਕਿ ਕਿਸ ਤਰ੍ਹਾਂ ਉਹਨਾਂ ਦੀ ਸ਼ਹਾਦਤ ਹੋਈ। ਸੋ ਤੇ ਇੱਥੇ ਫਿਰ ਜਿਹੜੇ ਅੱਜ ਨਵੇਂ ਸਟੂਡੈਂਟ ਜੁੜੇ ਨੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦਿਨਾਂ ਦੇ ਵਿੱਚ ਜੇਕਰ ਤੁਸੀਂ ਜਿਹੜਾ ਨਰਿੰਦਰ ਬੀਬਾ ਨੇ ਸਾਕਾ ਸਰਹੰਦ ਦੀ ਇੱਕ ਤਿਆਰ ਕੀਤੀ ਸੀ ਸੀਰੀ, ਉਹ ਸੁਣੀ ਜਾਵੇ ਤਾਂ ਤੁਸੀਂ ਉਸ ਸ਼ਹਾਦਤ ਦੇ ਉਹਨਾਂ ਪਲਾਂ ਦੇ ਵਿੱਚ ਪਹੁੰਚ ਸਕਦੇ ਹੋ। ਤੇ ਬਾਕੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੀ ਸ਼ਹਾਦਤ ਦੇ ਵਿੱਚ ਪ੍ਰੇਰਨਾ ਦਾ ਸਰੋਤ 17ਵੀਂ ਤੇ 18ਵੀਂ ਸਦੀ 'ਚ ਸਿੱਖ ਪਹਿਚਾਣ ਨੂੰ ਕਾਇਮ ਰੱਖਣ ਦੇ ਲਈ, ਤੇ ਫਿਰ ਅੱਗੇ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਦੇ ਬਾਰੇ ਜਿਹੜਾ ਕਿ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਇੱਦਾਂ ਦਾ ਬਿਰਤਾਂਤ ਮਿਲਦਾ ਕਿ ਜਦੋਂ ਗਰਜਾ ਸਿੰਘ ਬੋਤਾ ਸਿੰਘ ਨੇ ਆਪਣੀ ਸਟੇਟ ਕਾਇਮ ਕਰ ਲਈ, ਉਹਨਾਂ ਦਾ ਮਕਸਦ ਕੇਵਲ ਇਹੀ ਸੀ ਕਿ ਇਹ ਗੱਲ ਸੁਣੀ ਕਿ ਸਿੱਖ ਖਤਮ ਹੋ ਗਏ। ਹਕੂਮਤ ਨੂੰ ਦੱਸਣ ਵਾਸਤੇ ਵੀ ਸਿੱਖ ਖਤਮ ਨਹੀਂ ਹੋਏ। ਜਦੋਂ ਹਕੂਮਤੀ ਫੌਜਾਂ ਹੁੰਦੀਆਂ ਨੇ ਤਾਂ ਉਹ ਕਹਿੰਦਾ ਕਿ ਤੁਸੀਂ ਈਨ ਮੰਨ ਲਓ, ਤੁਸੀਂ ਇੱਥੋਂ ਪਾਸੇ ਹਟ ਜਾਓ, ਜੇ ਤੁਸੀਂ ਪਾਸੇ ਨਹੀਂ ਹਟੋਗੇ ਤਾਂ ਤੁਸੀਂ ਮਾਰੇ ਜਾਓਗੇ। ਤਾਂ ਦੋਨਾਂ ਸਿੰਘਾਂ ਨੇ ਕਿਹਾ ਕਿ ਸਾਨੂੰ ਮੌਤ ਦੀ ਕੀ ਪਰਵਾਹ ਹੈ, ਤੁਹਾਨੂੰ ਕਿਹਨੇ ਕਿਹਾ ਤੁਸੀਂ ਸਾਡੇ ਨਾਲ ਜੰਗ ਲੜੋ। ਸੋ ਆਪਣੇ ਦੀਨ ਦੇ ਲਈ ਜੰਗ ਲੜਨ ਦੀ ਜਿਹੜੀ ਗੱਲ ਹੈ ਇਹ ਗੁਰੂ ਮਹਾਰਾਜ ਦੇ ਸ਼ਹਾਦਤ ਤੋਂ ਮਿਲਦਾ। ਹੁਣ ਮੈਂ ਥੋੜ੍ਹਾ ਜਿਹਾ, ਕਿਉਂਕਿ ਸਮਾਜਿਕ ਪੱਖ 'ਤੇ ਅਸੀਂ ਗੱਲ ਘੱਟ ਕੀਤੀ ਹੈ, ਸਮਾਜਿਕ ਤੌਰ 'ਤੇ ਗੁਰੂ ਮਹਾਰਾਜ ਦੀ ਜਿਹੜੀ ਸ਼ਹਾਦਤ ਦਾ ਮਹੱਤਵ ਹੈ ਖਾਸ ਕਰਕੇ ਅੱਜ ਦੇ ਜਿਹੜੇ ਸਮੇਂ ਦੇ ਵਿੱਚ, ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਅਸੀਂ ਪਲੂਰਲਿਜ਼ਮ ਦੀ ਗੱਲ ਕਰਦੇ ਹਾਂ, ਬਹੁਲਤਾਵਾਦ ਦੀ, ਕਿ ਅੱਜ ਦੀ ਜਿਸ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਹਦੇ ਵਿੱਚ ਵੀ ਕੇਂਦਰੀਕਰਨ ਦੀ ਗੱਲ ਜ਼ਿਆਦਾ ਚੱਲ ਰਹੀ ਹੈ ਜਾਂ ਨੀਤੀਆਂ ਨੂੰ ਠੋਸਣ ਦੀ ਗੱਲ ਚੱਲ ਰਹੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਹਕੂਮਤੀ ਨੀਤੀਆਂ ਨੂੰ ਠੋਸਣ ਦੇ ਖਿਲਾਫ ਇੱਕ ਕਿਸਮ ਦਾ ਚੈਲੰਜ ਹੈ। ਸੋ ਜਦੋਂ ਅਸੀਂ ਸ਼ਹਾਦਤ ਦੇ ਮਹੱਤਵ ਦੀ ਗੱਲ ਕਰਦੇ ਹਾਂ, ਸੋ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈ ਕਿ ਅੱਜ ਪੰਜਾਬ ਇੱਕ ਵੱਖਰੀ ਆਵਾਜ਼ ਦੇ ਤੌਰ 'ਤੇ ਇੱਕ ਯੂਨੀਵਰਸਲਾਈਜੇਸ਼ਨ ਕੀਤੀ ਜਾ ਰਹੀ ਹੈ ਸੁਸਾਇਟੀ ਦੀ, ਇਹਦੇ ਇੱਕ ਪ੍ਰਤੀਕਰਮ ਦੇ ਵਜੋਂ ਜੇਕਰ ਪੰਜਾਬ ਅੱਗੇ ਉੱਭਰ ਰਿਹਾ ਤਾਂ ਇਹਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਕੰਟਰੀਬਿਊਸ਼ਨ ਹੈ। ਸੋ ਜਦੋਂ ਅਸੀਂ ਸ਼ਹਾਦਤ ਦੀ ਗੱਲ ਕਰਦੇ ਹਾਂ ਤਾਂ ਗੁਰੂ ਮਹਾਰਾਜ ਨੇ ਕਿਹਾ ਕਿ
ਕਿ ਜੀਵਨ ਦੀ ਜਿਹੜੀ ਮੌਲਿਕਤਾ ਅਸੀਂ ਇਹਨੂੰ ਸਮਝੀਏ। ਜੀਵਨ ਦੇ ਅਰਥ ਸਮਝਾਉਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਰਚੀ ਹੈ। ਸੋ ਜਿਹੜਾ ਜੀਵਨ ਹੈ, ਆਮ ਤੌਰ 'ਤੇ ਅਸੀਂ ਇਹਨੂੰ ਸਮਝ ਲੈਂਦੇ ਹਾਂ, ਅਤੇ ਜੀਵਨ ਤਾਂ ਗੁਰੂ ਮਹਾਰਾਜ ਦੇ ਇੱਕ ਸ਼ਲੋਕ ਦੇ ਵਿੱਚ ਹੀ ਸਮਝਾ ਦਿੱਤਾ ਹੈ ਕਿ ਜੈਸੇ ਜਲ ਤੇ ਬੁੱਧ ਬੁਧਾ ਉਪਜੇ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨਮੀਤ। ਸੋ ਅੱਜ ਦੇ ਸਮਾਜ ਦੇ ਵਿੱਚ ਥੋੜ੍ਹੀ ਡਾਕਟਰ ਢਿੱਲੋਂ ਜੀ ਨੇ ਗੱਲ ਕੀਤੀ ਸੀ ਕਿ ਚਿੰਤਾ ਦੀ ਗੱਲ ਹੈ, ਐਗਜ਼ਾਈਟੀ ਹੈ। ਅੱਜ ਤੁਸੀਂ ਬੱਚਿਆਂ ਦੀ ਗੱਲ ਕਰ ਲਓ, ਕਾਮਿਆਂ ਦੀ ਗੱਲ ਕਰ ਲਓ, ਸਰਕਾਰੀ ਕਰਮਚਾਰੀਆਂ ਦੀ ਗੱਲ ਕਰ ਲਓ, ਚਿੰਤਾ ਸਭ ਤੋਂ ਵੱਧ ਹੈ। ਅਤੇ ਗੁਰੂ ਮਹਾਰਾਜ ਨੇ ਚਿੰਤਾ ਦੇ ਬਾਰੇ ਤਾਂ ਬੜਾ ਸਪਸ਼ਟ ਇੱਕੋ ਸ਼ਲੋਕ ਦੇ ਵਿੱਚ ਗੱਲ ਮਤਲਬ ਸਮੇਟ ਦਿੱਤੀ ਕਿ ਗੁਰੂ ਮਹਾਰਾਜ ਕਹਿੰਦੇ ਕਿ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਮਨੁੱਖ ਨੂੰ ਸਭ ਤੋਂ ਵੱਡਾ ਭੈ, ਜਿੱਦਾਂ ਅਸੀਂ ਕਰੋਨਾ ਪੀਰੀਅਡ ਦੇ ਵਿੱਚ ਦੇਖਿਆ, ਆਪਣੀ ਮੌਤ ਦਾ ਭੈ ਮਨੁੱਖ ਲਈ ਸਭ ਤੋਂ ਵੱਡਾ ਹੁੰਦਾ ਹੈ। ਤਾਂ ਭੈ ਨੂੰ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਮੂਲ ਮੰਤਰ ਦੇ ਰਾਹੀਂ ਇੱਕ ਓਂਕਾਰ ਨੂੰ ਨਿਰਭਉ ਅਤੇ ਨਿਰਵੈਰ ਦਾ ਸੰਕਲਪ ਦਿੱਤਾ ਸੀ, ਅਤੇ ਇਸੇ ਭੈ ਨੂੰ ਮੁਕਤ ਕਰਨ ਦੇ ਲਈ, ਭੈ ਮੁਕਤ ਜਾਂ ਆਜ਼ਾਦੀ ਵਾਲਾ ਜੀਵਨ ਜਿਉਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੇ ਮਤਲਬ 2 ਲਾਈਨਾਂ ਦੇ ਵਿੱਚ ਗੱਲ, ਜਿੱਦਾਂ ਗੁਰੂ ਮਹਾਰਾਜ ਕਹਿੰਦਾ ਕਿ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਮਰੇ ਮਨਾ ਮੁਕਤ ਤਹੈ ਤੇ ਜਾਨ। ਸੋ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਹਾਂ, ਅਗਲੀ ਗੱਲ ਜਦੋਂ ਤੁਸੀਂ ਐਗਜ਼ਾਈਟੀ ਦੀ ਗੱਲ ਕਰੋਗੇ, ਨਾਲ ਹੀ ਫਿਰ ਦੁੱਖ ਅਤੇ ਸੁੱਖ ਦੀ ਗੱਲ। ਅਤੇ ਦੁੱਖ ਸੁੱਖ ਦੇ ਬਾਰੇ ਜਿੱਦਾਂ ਅਸੀਂ ਇੱਕ ਸੋਸ਼ਲ ਰਿਐਲਿਟੀ ਦੀ ਗੱਲ ਕਰੀਏ, ਸੋਸ਼ਲ ਰਿਐਲਿਟੀ ਕੀ ਹੈ ਕਿ ਜਦੋਂ ਅਸੀਂ ਸੁੱਖ ਦੇ ਵਿੱਚ ਸਾਡੇ ਬਹੁਤ ਸਾਰੇ ਦੋਸਤ ਹੁੰਦੇ ਨੇ, ਪਰੰਤੂ ਜਦੋਂ ਦੁੱਖ ਹੈ, ਵਿਪਤਾ ਪੈਂਦੀ ਹੈ, ਜਿਵੇਂ ਕਿ ਅੱਜ ਆਪਾਂ ਕਰੋਨਾ ਪੀਰੀਅਡ ਦੀ ਐਗਜ਼ਾਮਪਲ ਲੈ ਲਈਏ ਕਿ ਜਦੋਂ ਕੋਈ ਸੰਬੰਧੀ ਵਿਛੜ ਜਾਂਦਾ ਸੀ, ਉਸ ਵਿਛੜੇ ਪ੍ਰਾਣੀ ਨੂੰ ਉਹਦਾ ਸੰਸਕਾਰ ਕਰਨ ਦੇ ਲਈ ਲੋਕ ਕਿੰਨਾ ਡਰਦੇ ਸੀ। ਅਤੇ ਇੱਦਾਂ ਦੀਆਂ ਸਾਡੇ ਕੋਲ ਉਦਾਹਰਨਾਂ ਨੇ। ਸ਼ਾਇਦ ਲੁਧਿਆਣੇ ਦੇ ਵਿੱਚ ਹੀ ਇਹ ਵੈਬੀਨਾਰ ਹੋ ਰਿਹਾ, ਇੱਥੋਂ ਦੀ ਇੱਕ ਮਤਲਬ TV ਦੇ ਵਿੱਚ ਖਬਰ ਆਈ ਸੀ ਕਿ ਉਹਨਾਂ ਦੇ ਸੰਬੰਧੀ ਉਹਦੇ ਤੱਕ ਨੇੜੇ ਨਹੀਂ ਗਏ ਸੀ, ਆਪਣੇ ਜਿਹੜਾ ਘਰ ਦਾ ਜੀ ਜਿਨ੍ਹਾਂ ਦਾ ਮਰਿਆ ਉਹਦੇ ਸੰਬੰਧੀ ਵੀ ਉਦੋਂ ਦੂਰ ਹੋ ਗਏ ਸੀ। ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਬੜਾ ਸਪਸ਼ਟ ਕਿਹਾ ਕਿ ਸੁੱਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਕਹੋ ਨਾਨਕ ਹਰਿ ਭਜਨ ਮਨਾ ਅੰਤ ਸਹਾਈ ਹੋਏ। ਕਿ ਮਨੁੱਖ ਦੇ ਜੀਵਨ ਦੇ ਵਿੱਚ ਜੇਕਰ ਸਹਾਈ ਹੋਣਾ ਹੈ ਤਾਂ ਉਸ ਸੱਚੇ ਪਾਤਸ਼ਾਹ ਦਾ ਨਾਮ ਹੀ ਸਹਾਈ ਹੋਏਗਾ। ਉਸੇ ਦਾ ਓਟ ਆਸਰਾ ਹੈ, ਸਭ ਤੋਂ ਵੱਡਾ ਓਟ ਆਸਰਾ ਹੈ, ਕਿਉਂਕਿ ਅਸੀਂ ਮਨੁੱਖਾਂ ਦਾ ਓਟ ਆਸਰਾ ਤੱਕਦੇ ਹਾਂ, ਅਸੀਂ ਮਨੁੱਖਾਂ ਤੋਂ ਡਰਦੇ ਹਾਂ। ਆਪਾਂ ਇਹ ਗੱਲ ਦੇਖੀਏ ਕਿ ਮਨੁੱਖੀ ਜੀਵਨ ਕੀ ਸਥਿਰ ਹੈ, ਜਿਹੜਾ ਬੰਦਾ ਸਾਨੂੰ ਡਰਾਉਣ ਵਾਲਾ ਹੈ ਉਹ ਸਥਿਰ ਨਹੀਂ ਹੈ। ਸੰਤ ਮਸਕੀਨ ਜੀ ਦੇ ਹਵਾਲੇ ਦੇ ਨਾਲ ਇੱਕ ਗੱਲ ਸੋਸ਼ਲ ਮੀਡੀਆ 'ਤੇ ਕਾਫੀ ਘੁੰਮੀ ਹੈ ਕਿ ਉੱਥੇ ਜਦੋਂ ਔਰੰਗਜ਼ੇਬ ਦੀ ਜਿਹੜੀ ਔਰੰਗਾਬਾਦ ਕਹਿੰਦੇ ਆ ਕਿ ਸੰਤ ਮਸਕੀਨ ਜੀ ਗਏ ਤਾਂ ਉੱਥੇ ਕੋਈ ਬੰਦਾ ਮਿਲਿਆ ਕਿ ਔਰੰਗਜ਼ੇਬ ਦੀ ਕਬਰ ਦੇ ਲਈ ਦੀਵਾ ਜਗਾਉਣ ਦੇ ਲਈ ਤੇਲ ਨਹੀਂ ਹੈ। ਸੋ ਮਸਕੀਨ ਜੀ ਕਹਿੰਦੇ ਸੀ ਕਿ ਤੁਸੀਂ ਗੁਰਦੁਆਰਾ ਸੀਸਗੰਜ ਦੇ ਵਿੱਚ ਜਾ ਕੇ ਦੇਖੋ, ਉੱਥੇ ਸੰਗਤ ਦੀਆਂ ਰੌਣਕਾਂ ਲੱਗੀਆਂ ਨੇ, ਔਰ ਔਰੰਗਜ਼ੇਬ ਨੂੰ ਅੱਜ ਕੌਣ ਯਾਦ ਕਰਦਾ? ਅਤੇ ਜੇ ਅਸੀਂ ਯਾਦ ਕਰਦੇ ਹਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਹਾਂ। ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਧਰਮ ਨੂੰ ਸਦੀਵ ਕੀਤਾ, ਸਦੀਵੀ ਰਹੇਗਾ, ਤਸਦੀਕ ਕੀਤਾ। ਸੋ ਇਹਨਾਂ ਗੱਲਾਂ ਦੇ ਨਾਲ ਹੀ ਜਦੋਂ ਅਸੀਂ ਸਮਾਜਿਕ ਤੌਰ 'ਤੇ ਦੇਖਦੇ ਹਾਂ, ਅੱਜ ਦੁਨੀਆ ਪੱਧਰ 'ਤੇ 2 ਪ੍ਰਬੰਧ ਆਏ ਨੇ। ਇੱਕ ਪ੍ਰਬੰਧ ਕੈਪੀਟਲਿਜ਼ਮ ਦੇ ਤੌਰ 'ਤੇ ਅਤੇ ਦੂਸਰਾ ਸੋਸ਼ਲਿਜ਼ਮ ਦੇ ਵਿੱਚ ਹੈ। ਦੋਨਾਂ ਨੇ ਯੂਨੀਫਾਰਮਿਟੀ ਲਾਗੂ ਕੀਤੀ ਹੈ, ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਨੇ ਬਨਸਬੰਦਤਾ ਦਾ, ਹਿਊਮਨ ਰਾਈਟਸ ਦੀ ਗੱਲ ਕੀਤੀ ਹੈ। ਇਹ ਜਿਹੜੀ ਹਿਊਮਨ ਰਾਈਟਸ ਦੀ ਗੱਲ ਹੈ, ਮਨੁੱਖੀ ਸਵੈਮਾਨ ਦੀ, ਮਨੁੱਖੀ ਹੋਣ ਦੀ, ਜਾਂ ਮਨੁੱਖ ਦੇ ਜਿੰਦਾ ਰਹਿਣ ਦਾ ਜਿਹੜਾ ਅਧਿਕਾਰ ਹੈ, ਜਾਂ ਕਿਸ ਤਰ੍ਹਾਂ ਜਿਉਣਾ ਹੈ। ਅੱਜ ਜਦੋਂ ਅਸੀਂ ਪੋਸਟਮਾਰਟਮ ਥਾਟ ਦੀ ਗੱਲ ਕਰਦੇ ਹਾਂ, ਹੁਣ ਗੱਲ ਇਹ ਚੱਲਦੀ ਹੈ ਕਿ ਮਨੁੱਖ ਨੂੰ ਆਪਣੇ ਜੀਵਨ ਨੂੰ ਮੋਲਣ ਦਾ, ਉਹਦੇ ਜੀਵਨ ਨੂੰ ਸੁਤੰਤਰਤਾ ਦੇ ਨਾਲ ਜਿਉਣ ਦਾ ਅਧਿਕਾਰ ਹੋਣਾ ਚਾਹੀਦਾ, ਅਤੇ ਕਿਸੇ ਕੋਲ ਇਹ ਅਧਿਕਾਰ ਨਹੀਂ ਹੈ ਕਿ ਉਹਦੀ ਆਜ਼ਾਦੀ ਨੂੰ ਕੋਈ ਰੋਕੇ। ਸੋ ਆਜ਼ਾਦੀ ਵਾਲਾ ਜੀਵਨ ਜਿਉਣ ਦੇ ਲਈ, ਇੱਕ ਜੀਵਨ ਨੂੰ ਖੇੜੇ ਵਾਲਾ ਜੀਵਨ ਜਿਉਣ ਦੇ ਲਈ
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਸਮਾਜਿਕ ਅਤੇ ਧਾਰਮਿਕ ਮਹੱਤਵ ਹੈ। ਸੋ ਅਖੀਰ ਦੇ ਵਿੱਚ ਮੈਂ ਇੱਕ ਵਾਰ ਫਿਰ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਅਤੇ ਨਾਲ ਹੀ ਡਾਕਟਰ SV ਸਿੰਘ ਜੀ ਦੇ ਲਈ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਡਾਕਟਰ ਸਾਹਿਬ ਤੁਹਾਡੀ ਟੀਮ ਬਹੁਤ ਵਧੀਆ ਹੈ। ਇਹਨਾਂ ਦਿਨਾਂ ਦੇ ਵਿੱਚ ਜਦੋਂ ਤੁਸੀਂ 1 ਮਹੀਨਾ ਪਹਿਲਾਂ ਪੇਪਰ ਲਿਖਣ ਦੇ ਲਈ ਕਿਹਾ ਸੀ ਅਤੇ ਤੁਹਾਡੇ ਕਾਲਜ ਦੇ ਸਟਾਫ ਵੱਲੋਂ ਵਾਰ-ਵਾਰ ਸਾਨੂੰ ਪੁੱਛਿਆ ਗਿਆ, ਇੱਥੋਂ ਤੱਕ ਵੀ ਪੁੱਛਿਆ ਗਿਆ ਕਿ ਤੁਹਾਨੂੰ ਕਿਸੇ ਕਿਸਮ ਦੀ ਮਦਦ ਦੀ ਲੋੜ ਹੋਵੇ, ਸੋ ਤੁਹਾਡਾ ਸਾਰਾ ਸਟਾਫ, ਮੈਂ ਕਿਸੇ ਦਾ ਇੱਕ ਦਾ ਨਾਂ ਨਹੀਂ ਲੈਂਦਾ, ਸਾਰਿਆਂ ਨੇ ਮੈਨੂੰ ਵਾਰ-ਵਾਰ ਚੰਗੀ ਇੱਕ ਤਰ੍ਹਾਂ ਦੀ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ, ਸਪੋਰਟ ਦਿੱਤੀ ਹੈ। ਸੋ ਮੈਂ ਤੁਹਾਡੇ ਕਾਲਜ ਦੇ ਟੀਚਰ ਸਾਹਿਬਾਨ ਦਾ, ਪ੍ਰਿੰਸੀਪਲ ਸਾਹਿਬ ਦਾ, ਜਿਹੜੇ ਲਗਾਤਾਰ ਇਨ ਟੱਚ ਰਹੇ ਇਸ ਦੌਰਾਨ, ਸੋ ਇੱਕ ਵਾਰ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕਰਦਾ, ਕਿਉਂਕਿ ਅਖੀਰੀ ਜਿਹੜਾ ਲਾਸਟ ਵਾਲਾ ਸਪੀਕਰ ਹੈ ਉਹਨੂੰ ਸੁਣਨ ਦੇ ਵਿੱਚ ਕਈ ਵਾਰੀ ਰੁਚੀ ਘੱਟ ਜਾਂਦੀ ਹੈ। ਸੋ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।